गुरु रू प्यारी साध संगत जी, वाहिगुरू जी का खालसा, वाहिगुरू जी की फतेह। प्रोफैसर पूरन सिंह जी की एक अमोलक रचना है जिसका सिरलेख है गुरु ग्रंथ के निर्देशों अनुसार लम्मी नज़र। हर थां असीं वेखदे हां कि दुखां, कलेशां, संघर्षां, मुसीबतां, भुख, बीमारी, मौत, धोखाधड़ी, छल कपट अते जोकां वांग दूजियां दे खून चूसण दा बोलबाला है। तकड़ा माड़े नूं लुट रिहा है। फिर दोहरा दईए, हर थां असीं वेखदे हां कि दुखां, कलेशां, संघर्षां, मुसीबतां, भुख, बीमारी, मौत, धोखाधड़ी, छल कपट ਅਤੇ ਜੋਕਾਂ ਵਾਂਗ ਦੂਜਿਆਂ ਦੇ ਖੂਨ ਚੂਸਣ ਦਾ ਬੋਲਬਾਲਾ ਹੈ। ਤਕੜਾ ਮਾੜੇ ਨੂੰ ਲੁੱਟ ਰਿਹਾ ਹੈ। ਅਜੇ ਅੰਧਕਾਰਮਈ ਸੰਸਾਰ ਦੀ ਕੋਈ ਵੀ ਚੇਤਨ ਮਨੁੱਖ ਪ੍ਰਸ਼ੰਸਾ ਨਹੀਂ ਕਰ ਸਕਦਾ। ਇਹ ਕਹਿਣਾ ਕਿ ਇਸ ਵਿੱਚ ਸਭ ਕੁਝ ਅੱਛਾ ਹੈ ਤੇ ਸਾਨੂੰ ਪ੍ਰਭੂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਮਨੁੱਖਤਾ ਲਈ ਸਭ ਤੋਂ ਵੱਡਾ ਬੁੱਧੂਪਣਾ ਅਤੇ ਨਿਪੁੰਸਕਤਾ ਦਾ ਸਿਖਰ ਹੈ। ਇੰਜ ਪ੍ਰਤੀਤ ਕਰਨਾ ਕਿ ਅਸੀਂ ਦੂਜਿਆਂ ਵਾਂਗ ਕਿਸੇ ਦੇ ਖਾਜੇ ਲਈ ਟੋਕਰੇ ਹੇਠ ਢੱਕੇ ਹੋਏ ਹਾਂ, ਜੀਵਨ ਦੇ ਕਿਸੇ ਵੀ ਗੰਭੀਰ ਚਿੰਤਕ ਲਈ ਚੰਗੇ ਭਵਿੱਖ ਦਾ ਸੂਚਕ ਨਹੀਂ ਹੋ ਸਕਦਾ। ਫਿਰ ਦੁਹਰਾ ਦਈਏ, ਇਹ ਕਹਿਣਾ ਕਿ ਇਸ ਵਿੱਚ ਸਭ ਕੁਝ ਅੱਛਾ ਹੈ ਤੇ ਸਾਨੂੰ ਪ੍ਰਭੂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਮਨੁੱਖਤਾ ਲਈ ਸਭ ਤੋਂ ਵੱਡਾ ਬੁੱਧੂਪਣਾ ਅਤੇ ਨਿਪੁੰਸਕਤਾ ਦਾ ਸਿਖਰ ਹੈ। ਇੰਜ ਪ੍ਰਤੀਤ ਕਰਨਾ ਕਿ ਅਸੀਂ ਦੂਜਿਆਂ ਵਾਂਗ ਕਿਸੇ ਦੇ ਖਾਜੇ ਲਈ ਟੋਕਰੇ ਹੇਠ ਢੱਕੇ ਹੋਏ ਹਾਂ, ਜੀਵਨ ਦੇ ਕਿਸੇ ਵੀ ਗੰਭੀਰ ਚਿੰਤਕ ਲਈ ਚੰਗੇ ਭਵਿੱਖ ਦਾ ਸੂਚਕ ਨਹੀਂ ਹੋ ਸਕਦਾ। ਫਿਰ ਇਸ ਵਿੱਚ ਕੀ ਰਹੱਸ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਲੰਮੀ ਨਜ਼ਰ ਬਖਸ਼ ਦਿੱਤੀ। ਇਹੋ ਅੰਤਰ ਦ੍ਰਿਸ਼ਟੀ ਅੱਗੋਂ ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਈ। ਫਲਸਰੂਪ ਸਾਰਾ ਗੁਰੂ ਗ੍ਰੰਥ ਸਾਹਿਬ ਜੋ ਇਨ੍ਹਾਂ ਗੁਰੂ ਸਾਹਿਬਾਨ ਦੇ ਆਤਮਿਕ ਪ੍ਰਗੀਤਾਂ ਦਾ ਸੰਗ੍ਰਹਿ ਹੈ, ਉਸ ਦੇਵੀ ਸੰਗੀਤ ਦਾ ਮਹਾਸਾਗਰ ਬਣ ਗਿਆ ਹੈ, ਜਿਸ ਦਾ ਸਹਿਜ ਆਨੰਦ ਅਖੁੱਟ ਤੇ ਸਦੀਵੀ ਹੈ ਤੇ ਇਸ ਵਿੱਚ ਅਲੋਪ ਨਾ ਹੋਣ ਵਾਲੇ ਸਿਤਾਰੇ ਦਾ ਅਥਾਹ ਭਰੋਸਾ ਮੌਜੂਦ ਹੈ। ਇਸ ਵਿੱਚ ਉਦਾਤ ਪ੍ਰੇਮ ਦੀ ਤ੍ਰੈਗੁਣਾਤੀਤ ਭਾਵਨਾ ਉਸ ਆਤਮਾ ਦੀ ਸ਼ਾਨ ਦੀ ਵਡਿਆਈ ਦਾ ਆਪ ਮੁਹਾਰੇ ਹੀ ਗੁਣ ਗਾਇਨ ਕਰਦੀ ਹੈ, ਜੋ ਇੱਕ ਆਤਮਾ ਦੇ ਰੂਪ ਵਿੱਚ ਕਿਸੇ ਵਿਅਕਤੀ ਦੇ ਅੰਦਰ ਨਿਵਾਸ ਕਰ ਰਹੀ ਹੈ ਅਤੇ ਜਿਸ ਦੇ ਨਾਮ ਨੂੰ ਇਹਨਾਂ ਰਚਨਾਵਾਂ ਵਿੱਚ ਸਾਕਾਰ ਕੀਤਾ ਗਿਆ ਹੈ। ਇਹ ਅੱਖਰ ਉਸ ਆਤਮਾ ਵੱਲੋਂ ਅੰਕਿਤ ਕੀਤੇ ਗਏ ਹਨ ਜਿਵੇਂ ਇਹ ਆਤਮਾ ਇੱਕ ਵਿਅਕਤੀ ਹੋਵੇ, ਜਿਸ ਨੂੰ ਉਹ ਆਪਣੇ ਅੰਤਹਿਕਰਣ ਵਿੱਚ ਸਪਰਸ਼ ਕਰਦੇ, ਉਸ ਦੀ ਹੋਂਦ ਨੂੰ ਅਨੁਭਵ ਕਰਦੇ ਹਨ ਤੇ ਉਸ ਨੂੰ ਆਪਣੇ ਨਿੱਘੇ ਪ੍ਰੇਮ ਆਲਿੰਗਣ ਵਿੱਚ ਘੁੱਟਦੇ ਰਹੇ ਹੋਣ। ਇਹਨਾਂ ਸਾਡੇ ਵਰਗੇ ਹੀ ਦਿਸਦੇ ਪਿਸਦੇ ਮਨੁੱਖਾਂ ਦੇ ਆਤਮਿਕ ਸੰਜੋਗ ਤੋਂ ਦੇਵੀ ਮਹਾ ਆਨੰਦ ਦੇ ਉਸ ਸੰਗੀਤ ਦੀ ਗੁੰਜਾਰ ਉੱਠੀ ਜੋ ਅਨੰਤ ਤੇ ਕਦੀ ਨਾ ਮੁੱਕਣ ਵਾਲਾ ਹੈ। ਜਿਸ ਧਰਤ ਉੱਤੇ ਵੀ ਗੁਰੂ ਸਾਹਿਬਾਨ ਜਾ ਬੈਠੇ, ਉਸ ਵਿੱਚੋਂ ਅੱਜ ਵੀ ਉਹਨਾਂ ਦੇ ਤ੍ਰੈਗੁਣਾਤੀਤ ਆਤਮਿਕ ਮਨੋਭਾਵ ਦੀ ਸੁਗੰਧੀ ਆਉਂਦੀ ਹੈ। ਉਸ ਮਿੱਟੀ ਵਿੱਚ ਅੱਜ ਵੀ ਉਹਨਾਂ ਦੀ ਅੰਤਰੀਵ ਆਤਮਾ ਦੀ ਸ਼ਾਨ ਸਮਾਈ ਹੋਈ ਹੈ। ਇਹ ਰੱਬੀ ਵਿਅਕਤੀ ਤੀਬਰ ਮਨੋਵੇਗ ਵਿੱਚ ਪ੍ਰਭੂ ਪ੍ਰੀਤਮ ਨੂੰ ਪ੍ਰੇਮ ਕਰਦੇ ਹਨ, ਉਸ ਦਾ ਨਾਮ ਜਪਦੇ ਹਨ, ਉਸ ਦਾ ਗੁਣ ਗਾਇਨ ਕਰਦੇ ਹਨ ਅਤੇ ਪ੍ਰਭੂ ਪ੍ਰੀਤਮ ਨੂੰ ਆਪਣੇ ਅੰਕ ਸਮਾਉਂਦੇ ਹਨ। ਉਹ ਅਹਿਲ ਤੇ ਸ਼ਾਂਤ ਰੂਪ ਵਿੱਚ ਇਸ ਧੁਰ ਕੀ ਬਾਣੀ ਦੇ ਗੀਤ ਨੂੰ ਗਾਉਂਦੇ ਰਹੇ, ਭਾਵੇਂ ਸੰਸਾਰ ਨੇ ਉਹਨਾਂ ਦੇ ਸਿਰ ਧੜ ਤੋਂ ਜੁਦਾ ਕਰ ਦਿੱਤੇ ਅਤੇ ਉਹਨਾਂ ਵਿਰੁੱਧ ਯੁੱਧ ਛੇੜ ਦਿੱਤੇ। ਅਜਿਹੇ ਮੁਸੀਬਤਾਂ ਤੇ ਕਸ਼ਟਾਂ ਦੇ ਤੂਫਾਨ ਅਤੇ ਸ਼ਹੀਦੀ ਪਾਉਣ ਸਮੇਂ ਇਹ ਮਹਾਂਪੁਰਖ ਮਨੋ ਚਿੱਤੋਂ ਬੜੇ ਸੁਦ੍ਰਿੜ ਰਹੇ ਅਤੇ ਤੀਖਣ ਪ੍ਰਤੀਕਰਮ ਵਜੋਂ ਅਜਿਹੇ ਜੀਵਨ ਨੂੰ ਵੰਗਾਰਦੇ ਰਹੇ। ਅਜਿਹੀ ਹਾਲਤ ਵਿੱਚ ਵੀ ਇਹਨਾਂ ਵਿਅਕਤੀਆਂ ਨੇ ਆਪਣੇ ਇਸ ਮਹਾਨ ਸੰਗੀਤ ਨੂੰ ਇਸ ਦੇ ਸਹਿਜ ਆਨੰਦ ਵਿੱਚ ਵੇਗਵਾਨ ਰੂਪ ਵਿੱਚ ਜਾਰੀ ਰੱਖਿਆ ਅਤੇ ਇਸ ਦੀ ਜੋਤ ਨੂੰ ਜਗਦੀ ਰੱਖਿਆ। ਅਜਿਹੀ ਤੀਬਰ ਮਨੋਵੇਦਨਾ ਦੀ ਅਵਸਥਾ ਵਿੱਚ ਇਸ ਸੰਗੀਤ ਦੀ ਸ਼ਾਨਦਾਰ ਪੂਰਤੀ ਵਿੱਚ ਅਦੁੱਤੀ ਰੂਪ ਦੀ ਨਿਰਭੈਤਾ ਵਿਦਮਾਨ ਸੀ।
ਇਸੇ ਨੂੰ ਆਤਮਿਕ ਜੀਵਨ ਦਾ ਸੱਚਾ ਸਰੂਪ ਕਿਹਾ ਜਾ ਸਕਦਾ ਹੈ। ਭਾਰਤ ਦੇ ਧਾਰਮਿਕ ਇਤਿਹਾਸ ਵਿੱਚ 10 ਗੁਰੂ ਸਾਹਿਬਾਨ ਦੇ ਜੀਵਨ ਸਮਾਚਾਰਾਂ ਵਿੱਚ ਪਹਿਲੀ ਵਾਰ ਆਤਮਿਕ ਜੀਵਨ ਦਾ ਅਜਿਹਾ ਭਰਪੂਰ ਝਲਕਾਰਾ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਤੋਂ ਪਹਿਲਾਂ ਇਹ ਕਦੀ ਵੀ ਅਜਿਹੀ ਸ਼ਾਨ ਵਿੱਚ ਨਾ ਤਾਂ ਕਦੀ ਚਮਕਿਆ ਸੀ ਅਤੇ ਨਾ ਹੀ ਇਸ ਨੇ ਕਦੀ ਇਤਨੇ ਵੱਡੇ ਸਮਾਜਿਕ ਮਹੱਤਵ ਨੂੰ ਉਜਾਗਰ ਕੀਤਾ ਸੀ। ਮਾਨਸਿਕ ਇਕਾਗਰਤਾ ਦੁਆਰਾ ਪਰਾ ਭੌਤਿਕ ਤੇ ਭੌਤਿਕ ਸੰਕਲਪਾਂ ਨੂੰ ਘੜ ਲੈਣਾ, ਕਰਾਮਾਤਾਂ ਵਿਖਾਉਣਾ ਤੇ ਰਿੱਧੀਆਂ ਸਿੱਧੀਆਂ ਆਦਿ ਅਸਾਧਾਰਨ ਸਰੀਰਕ ਸ਼ਕਤੀਆਂ ਦੀ ਪ੍ਰਾਪਤੀ ਆਦਿ ਸਭ ਧਰਤ ਦੀਆਂ ਹੀ ਵਸਤਾਂ ਹੁੰਦੀਆਂ ਹਨ। ਪਰ ਇਸ ਤਰ੍ਹਾਂ ਦੀ ਸ਼ਕਤੀਸ਼ਾਲੀ ਸਹਿਜ ਸ਼ਾਂਤੀ ਦੀ ਜੋਤ ਨੂੰ ਇਸ ਤਰ੍ਹਾਂ ਦੀ ਖਤਰਨਾਕ ਹਾਲਤ ਤੇ ਸੰਘਰਸ਼ ਵਿੱਚ ਵੀ ਜਗਾਈ ਰੱਖ ਸਕਣਾ ਵੀ ਮਹਾਨ ਆਤਮਾਵਾਂ ਦੀ ਸੱਚੀ ਆਤਮ ਸਤਾ ਹੋ ਸਕਦੀ ਹੈ, ਜੋ ਸਮਸਤ ਸ੍ਰਿਸ਼ਟੀ ਦੀ ਪਰਮ ਸੁੰਦਰਤਾ ਵਿੱਚ ਜਲਾਲੀ ਤੇ ਜਮਾਲੀ ਰੂਪ ਵਿੱਚ ਪ੍ਰਕਾਸ਼ਮਾਨ ਦੇਖੀ ਜਾ ਸਕਦੀ ਹੈ। ਭਾਰਤ ਵਿੱਚ ਉਸ ਸਮੇਂ ਪ੍ਰਚਲਿਤ ਧਾਰਮਿਕ ਰੀਤੀਆਂ ਤੇ ਕਰਮਕਾਂਡਾਂ ਤੋਂ ਗੁਰੂ ਸਾਹਿਬ ਆਪ ਅਪਰਸੰਨ ਸਨ ਤੇ ਹੁਕਮਰਾਨ ਭਗਿਆੜਾਂ ਵੱਲੋਂ ਢਾਹੇ ਜਾਂਦੇ ਜ਼ੁਲਮ ਤੋਂ ਉਹ ਦੁਖੀ ਸਨ। ਪਰ ਪ੍ਰਭੂ ਦੀ ਪਰਮ ਸੁੰਦਰਤਾ ਦੀ ਅੰਤਰ ਦ੍ਰਿਸ਼ਟੀ ਵਿੱਚ ਉਹ ਇਹਨਾਂ ਨਿਗੁਣੀਆਂ ਤੇ ਤੁੱਛ ਘਟਨਾਵਾਂ ਦੁਆਰਾ ਵਿਘਨ ਨਹੀਂ ਸੀ ਪੈਣ ਦੇਣਾ ਚਾਹੁੰਦੇ। ਆਪ ਲਈ ਤਾਂ ਸ੍ਰਿਸ਼ਟੀ ਦਾ ਇਹ ਪ੍ਰਬੰਧ ਪਰਮ ਪੂਰਨ ਤੇ ਪਰਮ ਸੁੰਦਰ ਸੀ। ਆਪ ਤਾਂ ਨਿਰੰਤਰ ਵਿਸਮਾਦੀ ਆਨੰਦ ਦੀ ਤ੍ਰੈਗੁਣਾਤੀਤ ਅਵਸਥਾ ਵਿੱਚ ਵਿਚਰਦੇ ਸਨ। ਆਪ ਨੂੰ ਪ੍ਰਭੂ ਦੇ ਇਸ ਪ੍ਰਬੰਧ ਬਾਰੇ ਕੋਈ ਵੀ ਗਿਲਾ ਜਾਂ ਸ਼ਿਕਵਾ ਨਹੀਂ ਸੀ। ਆਪ ਤਾਂ ਪ੍ਰਭੂ ਦੀ ਸ੍ਰਿਸ਼ਟੀ ਨਾਲ ਪੂਰਨ ਤੌਰ ਤੇ ਪ੍ਰੇਮ ਤੇ ਸਹਾਨਭੂਤੀ ਵਾਲੀ ਆਤਮਿਕ ਅਵਸਥਾ ਵਿੱਚ ਵਿਚਰਦੇ ਸਨ। ਗੁਰੂ ਸਾਹਿਬ ਤਾਂ ਰੱਬੀ ਹੁਕਮ ਦਾ ਗੁਣ ਗਾਇਨ ਕਰਦੇ ਹਨ, ਪ੍ਰਭੂ ਦੀ ਅਗੰਮ ਅਗਾਧ ਹੁਕਮ ਰਜ਼ਾ ਨੂੰ ਪਛਾਣਦੇ ਹਨ। ਗੁਰੂ ਸਾਹਿਬ ਵਿੱਚ ਤਾਂ ਵਿਸ਼ਵ ਆਤਮਾ ਦੀ ਬ੍ਰਹਮੰਡੀ ਚੇਤਨਾ ਵਿਦਮਾਨ ਹੈ। ਆਪ ਦੀ ਅੰਤਰ ਆਤਮਾ ਕਦੀ ਵੀ ਅਨੰਤ ਆਤਮਾ ਦੀ ਹੋਣ ਤੋਂ ਸਖਣੀ ਨਹੀਂ ਹੋ ਸਕਦੀ। ਇਸ ਲਈ ਇਸ ਵਿੱਚ ਕਦੀ ਨਿਰਾਸ਼ਾ ਜਾਂ ਉਦਾਸੀ ਉਤਪੰਨ ਨਹੀਂ ਸੀ ਹੋ ਸਕਦੀ, ਜਿਹਾ ਕਿ ਆਮ ਤੌਰ ਤੇ ਨਿਮਨ ਕੋਟੀ ਦੇ ਅਖੌਤੀ ਕਵੀ ਜਨਾਂ, ਪ੍ਰਕਾਸ਼ ਰਹਿਤ ਬੁੱਧੀ ਜੀਵਿਆਂ ਅਤੇ ਦਾਰਸ਼ਨਿਕ ਚਿੰਤਕਾਂ ਦੀ ਹਾਲਤ ਵਿੱਚ ਹੁੰਦਾ ਹੈ, ਜੋ ਨਿਰਾਸ਼ਾ ਤੇ ਉਦਾਸੀ ਦੇ ਸੋਇਲੇ ਗਾਉਂਦੇ ਹਨ। ਗੁਰੂ ਜੀ ਤਾਂ ਪੌਣਾਂ ਦੇ ਚੱਲਣ ਦੀ ਪ੍ਰਕਿਰਿਆ ਨੂੰ ਨਿਹਾਰਦੇ ਹਨ, ਮੇਘਾਂ ਦੀ ਗਰਜ ਨੂੰ ਸੁਣਦੇ ਹਨ ਤੇ ਇਹਨਾਂ ਵਿੱਚ ਛੁਪੀ ਉਸ ਬਿਜਲੀ ਦੇ ਲਿਸ਼ਕਾਰਿਆਂ ਨੂੰ ਵੇਖਦੇ ਹਨ। ਇਹਨਾਂ ਸਭ ਕੁਦਰਤ ਦੇ ਚਮਤਕਾਰਾਂ ਦੁਆਰਾ ਵਿਸ਼ਵ ਆਤਮਾ ਦੀ ਰੱਬੀ ਲੀਲਾ ਦੇ ਮਹਾਨ ਕੌਤਕਾਂ ਤੇ ਵਰਤਾਰਿਆਂ ਤੋਂ ਜਾਣੂ ਹੁੰਦੇ ਹਨ। ਪ੍ਰਭੂ ਜੀ, ਇਹ ਸਭ ਤੁਹਾਡੀ ਰਜ਼ਾ ਹੈ ਕਿ ਮਨੁੱਖ ਮੂਰਖ ਤੇ ਅਚੇਤ ਹਨ, ਜ਼ਾਲਮ ਗਰੀਬਾਂ ਤੇ ਨਿਤਾਣਿਆਂ ਉੱਤੇ ਜ਼ੁਲਮ ਢਾਉਂਦੇ ਹਨ। ਮੇਰੇ ਲਈ ਤਾਂ ਇਹ ਸਭ ਕੁਝ ਇੱਕ ਮਨੁੱਖੀ ਪ੍ਰਕਿਰਿਆ ਹੀ ਹੈ, ਜੋ ਆਪ ਦੇ ਹੁਕਮ ਅਧੀਨ ਨਿਰਦਿਸ਼ਟ ਹੋ ਰਹੀ ਹੈ। ਅਸੀਂ ਇਸ ਦੇ ਰਹੱਸ ਨੂੰ ਲਖ ਨਹੀਂ ਸਕਦੇ। ਆਪ ਪਰਮ ਸੁੰਦਰ ਹੋ ਅਤੇ ਆਪ ਦਾ ਹੁਕਮ ਵੀ ਅਟਲ ਹੈ। ਪ੍ਰਭੂ ਜੀ, ਮੇਰਾ ਹਿਰਦਾ ਤਾਂ ਤੁਹਾਡੇ ਦਰਸ਼ਨਾਂ ਲਈ ਤਾਂਘ ਰਿਹਾ ਹੈ। ਆਪ ਕਿੰਨੇ ਸੁੰਦਰ ਤੇ ਮਨ ਨੂੰ ਮੋਹਣ ਵਾਲੇ ਹੋ। ਪ੍ਰਭੂ ਜੀ, ਮੈਂ ਤੁਹਾਡੇ ਵਿਰੁੱਧ ਕੋਈ ਗਿਲਾ ਜਾਂ ਸ਼ਿਕਵਾ ਕਿਵੇਂ ਕਰ ਸਕਦਾ ਹਾਂ? ਆਪ ਨੇ ਹੀ ਇਹ ਸਭ ਕੁਝ ਸਿਰਜਿਆ ਹੈ ਅਤੇ ਆਪ ਆਪਣੀ ਇੱਛਾ ਅਨੁਸਾਰ ਹੀ ਇਹਨਾਂ ਸਭ ਵਸਤਾਂ ਦਾ ਧਿਆਨ ਰੱਖਦੇ ਹੋ। ਮੈਂ ਅਲਪਗ ਕਿਵੇਂ ਸਭ ਕੁਝ ਨੂੰ ਜਾਣ ਸਕਦਾ ਹਾਂ ਅਤੇ ਨਾ ਹੀ ਇਸ ਬਾਰੇ ਕੋਈ ਨਿਰਣਾ ਦੇ ਸਕਣ ਦੇ ਸਮਰੱਥ ਹਾਂ। ਗੁਰੂ ਗ੍ਰੰਥ ਸਾਹਿਬ ਦਾ ਹਰ ਪੰਨਾ ਇਸ ਮਹਾਨ ਤਿਆਗ ਦੀ ਭਾਵਨਾ ਨਾਲ ਭਰਪੂਰ ਹੈ। ਮਨੁੱਖੀ ਮਨ ਤੋਂ ਉਤਪੰਨ ਹੋਣ ਵਾਲੇ ਸਿਧਾਂਤ ਤੇ ਸੰਕਲਪ ਜੋ ਇਸ ਸੰਸਾਰ ਵਿੱਚ ਮਨੁੱਖ ਦੇ ਦੁੱਖਾਂ ਤੇ ਹੋਣੀ ਨਾਲ ਸੰਬੰਧਿਤ ਹਨ, ਬਾਰੇ ਇਸ ਮਹਾਨ ਤਿਆਗ ਦੀ ਉਪਰੋਕਤ ਭਾਵਨਾ ਮੌਜੂਦ ਹੈ। ਇਸ ਮਹਾਨ ਵੈਰਾਗ ਵਿੱਚੋਂ ਹੋਰ ਕੁਝ ਨਹੀਂ, ਸਗੋਂ ਕੇਵਲ ਸੰਗੀਤ ਦੀਆਂ ਧੁਨੀਆਂ ਦੀ ਗੁੰਜਾਰ ਹੀ ਉਤਪੰਨ ਹੁੰਦੀ ਹੈ, ਜੋ ਸ੍ਰਿਸ਼ਟੀ ਦੇ ਉਹਨਾਂ ਵਿਸਮਾਦੀ ਦ੍ਰਿਸ਼ਾਂ ਨੂੰ ਵੇਖ ਕੇ ਜੀਵਨ ਦੇ ਸਹਿਜ ਆਨੰਦ ਦੀ ਅੰਮ੍ਰਿਤ ਵਰਖਾ ਕਰਦੀ ਹੈ, ਜੋ ਗੁਰੂ ਨਾਨਕ ਦੀ ਬਾਣੀ ਦੇ ਮਧੁਰ ਬੋਲਾਂ ਨੂੰ ਸੁਣ ਰਹੇ ਹਨ। ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ਧਰਮ ਦਾ ਪਰਮ ਆਨੰਦ ਵਿਰਲੇ ਤੇ ਸੁਭਾਗੇ ਜੀਵੜਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ।
ਇਹ ਉਹਨਾਂ ਵਿਅਕਤੀਆਂ ਦੀ ਹੀ ਵੱਤ ਹੁੰਦੀ ਹੈ ਜੋ ਪੂਰਨਤਾ ਨੂੰ ਪਹੁੰਚ ਜਾਂਦੇ ਹਨ। ਜਦੋਂ ਕਿਸੇ ਦੇ ਜੀਵਨ ਵਿੱਚ ਇਹ ਸੁਲੱਖਣੀ ਘੜੀ ਆਉਂਦੀ ਹੈ, ਉਦੋਂ ਹੀ ਉਸ ਦੇ ਅੰਦਰ ਦੈਵੀ ਆਵੇਸ਼ ਦਾ ਪ੍ਰਵੇਸ਼ ਹੁੰਦਾ ਹੈ। ਪਰ ਅਜਿਹੇ ਵਿਅਕਤੀ ਬੜੇ ਵਿਰਲੇ ਤੇ ਟਾਵੇਂ ਹੁੰਦੇ ਹਨ। ਬਾਕੀ ਗੁਰੂ ਸਾਹਿਬਾਨ ਨੇ ਵੀ ਇੰਜ ਹੀ ਕਥਨ ਕੀਤਾ ਹੈ। ਘੱਟ ਯੋਗਤਾ ਵਾਲੇ ਵਿਅਕਤੀ ਤਾਂ ਕੇਵਲ ਕੁਝ ਨਿਰਦੇਸ਼ ਲੈ ਕੇ ਕੁਝ ਪ੍ਰਵਿਰਤੀਆਂ ਤੱਕ ਹੀ ਸੀਮਤ ਰਹਿ ਸਕਦੇ ਹਨ। ਹਾਂਜੀ, ਘੱਟ ਯੋਗਤਾ ਵਾਲੇ ਵਿਅਕਤੀ ਤਾਂ ਕੇਵਲ ਕੁਝ ਨਿਰਦੇਸ਼ ਲੈ ਕੇ ਕੁਝ ਪ੍ਰਵਿਰਤੀਆਂ ਤੱਕ ਹੀ ਸੀਮਤ ਰਹਿ ਸਕਦੇ ਹਨ। ਗੁਰੂ ਰੂਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।